ਥੋੜ੍ਹੀ ਕੁ ਦੇਰ ਪਹਿਲਾਂ ਇੱਕ ਟੈਲੀਫੋਨ ਕਰਕੇ ਸਮੱਸਿਆ ਦੱਸੀ ਸੀ ਅਤੇ ਮੈਨੂੰ ਖਿਆਲ ਆਇਆ ਵੀ ਉਹ ਸਮੱਸਿਆ ਬਹੁਤਿਆਂ 'ਤੇ ਆਵੇਗੀ, ਆ ਵੀ ਰਹੀ ਹੋਵੇਗੀ। ਉਹਦਾ ਸਮਾਧਾਨ ਕਿਵੇਂ ਹੁੰਦਾ ਹੈ, ਉਹ ਆਪ ਸਾਰਿਆਂ ਨੂੰ ਦੱਸ ਦੇਈ। ਇਵੇਂ ਹੀ ਹੁੰਦਾ ਹੈ ਜਿਵੇਂ ਤੁਹਾਨੂੰ ਕੋਈ ਬਹੁਤ ਪ੍ਰੀਤੀਕਰ ਪਿਆਰੀ ਬਹੁਮੁੱਲੇ ਵਸਤੂ ਮਿਲੇ ਅਤੇ ਤੁਸੀਂ ਆਪਣਿਆਂ ਨੂੰ ਹੀ ਦੇਣਾ ਚਾਹੋਗੇ ਨਾ। ਤਿਵੇਂ ਹੀ ਜਦੋਂ ਮੈਨੂੰ ਕੋਈ ਰਤਨ ਦਾ ਪਤਾ ਲੱਗਦਾ ਹੈ ਨਾ, ਅਤੇ ਖਿਆਲ ਆਉਂਦਾ ਵੀ ਕੱਢ ਕੇ ਆਪਣਿਆਂ ਨੂੰ ਦੇਈਏ। ਜਿਹੜੇ ਸੁਣ ਰਹੇ ਹਨ ਉਹਨਾਂ ਵਿੱਚ ਕੁਛ ਕੁ ਰਤਨਾਂ ਦੇ ਖਰੀਦਦਾਰ ਹੋਣ, ਲੈ ਹੀ ਲੈਣ। ਅਤੇ ਇਹ ਸਮੱਸਿਆ ਦੱਸੀ ਹੈ ਕਿ ਬਚਪਨ ਦੇ ਵਿੱਚ ਜਿਨ੍ਹਾਂ ਮਹਾਂਪੁਰਸ਼ਾਂ ਦੀ ਅਸੀਂ ਸੰਗਤ ਕਰਦੇ ਰਹੇ ਹਾਂ, ਉਹਨਾਂ ਦੀ ਤਸਵੀਰ ਮਨ 'ਚ ਵਸੀ ਹੋਈ ਮੂਰਤ ਤਕਰੀਬਨ ਜ਼ਿਆਦਾਤਰ ਪੁਰਾਤਨ ਸਮੇਂ 'ਚ ਸਾਧੂ ਮਹਾਤਮਾ, ਗੁਰੂ ਪੀਰ, ਉਹਨਾਂ ਨੇ ਸ਼ਬਦ ਦੇ ਕੇ ਅਤੇ ਸ਼ਬਦ ਦੇ ਨਾਲ ਨਾਲ ਆਪਣੇ ਸਰੂਪ ਦਾ ਧਿਆਨ ਕਰਨ ਵਾਸਤੇ ਵੀ ਕਿਹਾ ਹੈ, ਅਤੇ ਬਹੁਤ ਲੋਕ ਕਰਦੇ ਰਹੇ ਹਨ ਉਹਨਾਂ ਦੇ ਸਰੂਪਾਂ ਦਾ ਧਿਆਨ। ਜਿਵੇਂ ਅਜੋਕੇ ਸਮੇਂ 'ਚ ਵੀ ਬਹੁਤ ਕਰਦੇ ਹਨ। ਕੋਈ ਤਸਵੀਰ ਦਾ ਧਿਆਨ ਕਰਦਾ ਹੈ, ਕੋਈ ਮੂਰਤੀ ਦਾ ਕਰਦਾ ਹੈ, ਗੁਰੂ ਦੀ ਬਣਾ ਕੇ। ਜਿਵੇਂ ਇੱਕ ਸ਼ਬਦ ਦੀ ਪੰਕਤੀ ਹੈ ਨਾ, ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਇਸੇ ਆਧਾਰ 'ਤੇ ਹੀ ਇਹਨੂੰ ਖਿਆਲ ਵਿੱਚ ਰੱਖ ਕੇ ਹੀ ਸਿੱਖ ਵੀ ਮੂਰਤੀ ਪੂਜਕ ਹੁੰਦੇ ਜਾਂਦੇ ਹਨ। ਬਹੁਤ ਸਿੱਖ ਗੁਰੂ ਦੀਆਂ ਤਸਵੀਰਾਂ ਦਾ ਧਿਆਨ ਕਰਦੇ ਹਨ, ਜ਼ਿਆਦਾਤਰ ਇਸਤਰੀਆਂ। ਕਈ ਸ਼ਬਦ ਦੇ ਆਕਾਰ ਦਾ ਧਿਆਨ ਕਰਦੇ ਹਨ, ਕਹਿੰਦੇ ਹਨ ਸ਼ਬਦ ਗੁਰੂ ਹੈ, ਅਤੇ ਉਸ ਸ਼ਬਦ ਦਾ ਆਕਾਰ ਖਿਆਲ ਵਿੱਚ ਰੱਖਦੇ ਹਨ। ਉਹ ਵੀ ਉਹੀ ਗੱਲ ਹੈ, ਮੂਰਤੀ ਦਾ ਧਿਆਨ ਜਿਵੇਂ ਕੋਈ ਕਰ ਰਿਹਾ ਹੈ, ਵੈਸੇ ਹੀ ਆਕਾਰ ਦਾ ਧਿਆਨ ਹੋ ਰਿਹਾ ਹੈ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿੰਨੇ ਵੀ ਗੁਰੂ ਹੋਏ ਹਨ, ਕਿਸੇ ਨੇ ਵੀ ਗੁਰੂ ਨਾਨਕ ਦੀ ਤਸਵੀਰ ਨਹੀਂ ਬਣਾਈ ਹੈ। ਉਸ ਸਮੇਂ ਮੌਜੂਦ ਸਨ ਬਹੁਤ ਵਧੀਆ ਵਧੀਆ ਚਿੱਤਰਕਾਰ, ਹਜ਼ਾਰਾਂ ਸਾਲਾਂ ਤੋਂ ਚਿੱਤਰ ਬਣ ਰਹੇ ਹਨ। ਫਿਰ ਮੂਰਤੀਕਾਰ ਬਹੁਤ ਮੌਜੂਦ ਸਨ, ਹਜ਼ਾਰਾਂ ਸਾਲਾਂ ਤੋਂ ਮੂਰਤੀਆਂ ਬਣ ਰਹੀਆਂ ਹਨ। ਮੂਰਤੀ ਨਹੀਂ ਬਣਵਾਈ ਹੈ ਗੁਰੂ ਦੀ, ਕਿਉਂਕਿ ਉਹ ਮੂਰਤੀ ਦੇ ਨਾਲ ਨਹੀਂ ਨਾ ਜੋੜਨਾ ਚਾਹੁੰਦੇ ਸਨ, ਆਕਾਰ ਦੇ ਨਾਲ ਨਹੀਂ ਜੋੜਨਾ ਚਾਹੁੰਦੇ ਸਨ। ਇਸ ਕਰਕੇ ਉਹਨਾਂ ਨੇ ਨਾ ਕੋਈ ਤਸਵੀਰ ਬਣਾਈ ਹੈ, ਨਾ ਕੋਈ ਮੂਰਤੀ ਬਣਾਈ, ਨਾ ਕੋਈ ਇਤਿਹਾਸ ਲਿਖਵਾਇਆ ਹੈ। ਇਤਿਹਾਸ ਵੀ ਮੂਰਤੀਆਂ ਦਾ ਹੀ ਹੁੰਦਾ ਹੈ, ਆਕਾਰ ਦਾ। ਮੂਰਤੀਆਂ ਵੀ ਇਤਿਹਾਸ ਕਰਕੇ ਬਣ ਰਹੀਆਂ ਹਨ। ਇਤਿਹਾਸ ਨੂੰ ਸੋਚ ਸੋਚ ਕੇ, ਵਿਚਾਰ ਕੇ ਆਕਾਰ ਖਿਆਲ ਵਿੱਚ ਲਿਆਉਂਦੇ ਹਨ। ਮੂਰਤੀਕਾਰ, ਚਿੱਤਰਕਾਰ ਵੈਸੀ ਕਲਪਨਾ ਬਾਹਰ ਕਰ ਦਿੰਦੇ, ਅਤੇ ਵੈਸਾ ਹੀ ਲੋਕ ਦੇਖ ਕੇ ਸੱਚ ਸਮਝਦੇ ਹਨ ਵੀ ਐਸੇ ਹੀ ਸਨ ਸਾਡੇ ਗੁਰੂ। ਪਰ ਉਹਨਾਂ ਦੀ ਕਲਪਨਾ ਹੈ, ਇਹ ਕਵੀਆਂ ਦੀ ਕਹਿ ਲਓ, ਚਿੱਤਰਕਾਰਾਂ ਦੀ ਕਹਿ ਲਓ, ਅਤੇ ਕਲਪਨਾ ਦੇ ਨਾਲ ਜੁੜ ਰਹੇ ਹਨ। ਅਤੇ ਆਕਾਰ ਨਾਲ ਜੁੜਨ ਵਾਸਤੇ ਕਿਸੇ ਵੀ ਸਤਿਗੁਰੂ ਨੇ ਨਹੀਂ ਕਿਹਾ ਹੈ, ਪੂਰੇ ਨੇ। ਜਿਵੇਂ ਇਸ ਪੰਕਤੀ ਦੇ ਵਿੱਚ ਕਿਹਾ ਗਿਆ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਅਤੇ ਲੱਗਦਾ ਇਉਂ ਹੀ ਹੈ
ਵੀ ਮੂਰਤੀ ਦਾ ਧਿਆਨ, ਤਸਵੀਰ ਦਾ ਧਿਆਨ, ਆਕਾਰ ਦਾ ਧਿਆਨ ਕਰਨ ਵਾਸਤੇ ਕਿਹਾ ਗਿਆ ਹੈ। ਨਹੀਂ, ਅਗਲੀ ਪੰਕਤੀ 'ਚ ਸਾਫ਼ ਅਰਥ ਗੁਰੂ ਦਾ ਭਾਵ ਸਮਝ ਵਿੱਚ ਆਵੇਗਾ। ਗੁਰ ਕਾ ਸ਼ਬਦ ਮੰਤਰ ਮਨ ਮਾਨ, ਵੀ ਗੁਰੂ ਦਾ ਜਿਹੜਾ ਸ਼ਬਦ ਹੈ, ਉਪਦੇਸ਼ ਹੈ ਨਾ, ਮੰਤਰ ਹੈ, ਇਹਨੂੰ ਹਿਰਦੇ 'ਚ ਮਨ ਦੇ ਵਿੱਚ ਵਸਾ, ਅਤੇ ਉਹਦੇ ਦੁਆਰਾ ਗੁਰੂ ਨੂੰ ਦੇਖ। ਅਤੇ ਜਦੋਂ ਉਹਦੇ ਦੁਆਰਾ ਗੁਰੂ ਨੂੰ ਦੇਖੇਗਾ ਨਾ, ਅਤੇ ਜੋ ਦਿਖਾਈ ਪਵੇਗਾ ਤੈਨੂੰ ਉਹ ਗੁਰੂ ਦੀ ਮੂਰਤ ਹੈ। ਜਿਵੇਂ ਸਮਝ ਲਵੋ ਤੁਸੀਂ, ਜੋ ਇੱਧਰ ਕਿਹਾ ਜਾ ਰਿਹਾ ਹੈ, ਬਹੁਤੇ ਗੁਰਮੁਖ ਪਿਆਰੇ ਸਮਝ ਰਹੇ ਹਨ। ਅਗਰ ਉਹਨੂੰ ਖਿਆਲ ਵਿੱਚ ਰੱਖ ਕੇ, ਇਹ ਜੋ ਬਾਹਰ ਆਕਾਰ ਹੈ, ਕਈਆਂ ਨੇ ਦੇਖਿਆ ਹੋਇਆ ਹੈ, ਕਈਆਂ ਨੇ ਤਸਵੀਰ ਵੀ ਦੇਖੀ ਹੋਵੇਗੀ, ਇਹਨੂੰ ਪਕੜਨ ਦੀ ਕੋਸ਼ਿਸ਼ ਕਰੋਗੇ ਅਤੇ ਇਹ ਆਕਾਰ ਜਿਹੜਾ ਹੈ ਉਹ ਪਕੜ ਵਿੱਚ ਨਹੀਂ ਆਵੇਗਾ। ਅਗਰ ਤੁਸੀਂ ਉਪਦੇਸ਼ ਨੂੰ ਖਿਆਲ ਵਿੱਚ ਰੱਖ ਕੇ ਪਕੜਨਾ ਚਾਹੋ ਤਾਂ ਪਕੜ 'ਚ ਨਹੀਂ ਆਵੇਗਾ। ਆਕਾਰ ਜਿਹੜਾ ਹੈ ਨਾ, ਧਿਆਨ ਵਿੱਚੋਂ ਨਿਕਲ ਕੇ ਜਾਵੇਗਾ, ਛਿਟਕ ਕੇ ਜਾਵੇਗਾ। ਪੂਰਾ ਤੁਸੀਂ ਪਕੜ ਨਹੀਂ ਸਕਦੇ ਹੋ, ਕਿਉਂਕਿ ਜਿਹੜਾ ਬੋਲ ਰਿਹਾ ਹੈ ਉਹ ਜਾਣਦਾ ਹੈ ਮੇਰਾ ਆਕਾਰ ਨਹੀਂ, ਅਤੇ ਆਕਾਰ ਦੇ ਨਾਲ ਉਹ ਜੋੜ ਵੀ ਨਹੀਂ ਰਿਹਾ ਹੈ। ਇਸ ਕਾਰਨ ਤੁਸੀਂ ਕੋਸ਼ਿਸ਼ ਕਰਕੇ ਦੇਖ ਲਿਓ, ਤੁਹਾਡੇ ਪਕੜ 'ਚ ਨਹੀਂ ਆਵੇਗਾ। ਅਗਰ ਤੁਹਾਡੇ ਉਪਦੇਸ਼ ਖਿਆਲ ਵਿੱਚ ਹਨ ਤਾਂ ਤੁਸੀਂ ਨਿਰਾਕਾਰ ਦੇ ਵਿੱਚ ਖੋਂਦੇ ਜਾਓਗੇ। ਨਿਰਾਕਾਰ ਹੀ ਆਕਾਰ ਗੁਰੂ ਦਾ ਸਮਝ ਵਿੱਚ ਆਵੇਗਾ। ਜਿਨ੍ਹਾਂ ਨੇ ਐਸਾ ਜਾਣਿਆ ਸੀ ਉਹਨਾਂ ਨੇ ਕਿਹਾ ਸੀ ਨਾ, ਗੁਰ ਪਰਮੇਸ਼ਰ ਏਕੋ ਜਾਨ, ਜਾਮੇ ਭੇਦ ਨਾ ਰੰਗ ਪਛਾਣ। ਪਰ ਜਿਨ੍ਹਾਂ ਦਾ ਧਿਆਨ ਗੁਰੂ ਦੇ ਵਿੱਚ, ਆਕਾਰ ਦੇ ਵਿੱਚ ਲਾਇਆ, ਆਕਾਰ ਨਜ਼ਰ ਆ ਰਿਹਾ ਹੈ ਪੂਰਾ, ਉਹ ਬਾਹਰ ਮੁਖੀ ਹਨ, ਬਾਹਰ ਜੁੜੇ ਹੋਏ ਹਨ। ਪਰ ਉਹ ਵੀ ਬਿਲਕੁਲ ਗਲਤ ਨਹੀਂ ਹਨ। ਬਾਹਰ ਦੇ ਆਕਾਰ ਦੇ ਸਹਾਰੇ ਸੰਸਾਰ ਦੇ ਆਕਾਰ ਛੁੱਟਦੇ ਹਨ ਪਹਿਲਾਂ। ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਗੁਰੂ ਦੇ ਬਾਹਰ ਦੇ ਆਕਾਰ ਦੇ ਸਹਾਰੇ ਸੰਸਾਰ ਦੇ ਆਕਾਰ ਜਿੰਨੇ ਵੀ ਹਨ, ਰਿਸ਼ਤੇ ਨਾਤੇ ਸਭ ਛੁੱਟਦੇ ਹਨ। ਅਤੇ ਇਹ ਇੱਕ ਸਹਾਰਾ ਹੈ, ਜਿਵੇਂ ਸ਼ਬਦ ਸਹਾਰਾ ਹੈ ਪਰਮਾਤਮਾ ਵੱਲ ਜਾਣ ਵਾਸਤੇ। ਅਤੇ ਜਿਹੜਾ ਸ਼ਬਦਾਂ ਨੂੰ ਹੀ ਪਕੜ ਕੇ ਰੱਖੇਗਾ ਉਹ ਨਿਸ਼ਬਦ ਵੱਲ ਨੂੰ ਜਾ ਨਹੀਂ ਨਾ ਸਕਦਾ, ਸ਼ਬਦ ਨੂੰ ਤਾਂ ਛੱਡਣਾ। ਇਵੇਂ ਹੀ ਗੁਰੂ ਦਾ ਆਕਾਰ ਵੀ ਭਗਤੀ ਭਾਵਨਾ ਵਾਲਿਆਂ ਵਾਸਤੇ ਸਹਾਰਾ ਹੈ। ਪਰ ਜਿਹੜਾ ਸਾਹਮਣੇ ਗੁਰੂ ਮੌਜੂਦ ਹੁੰਦਾ ਹੈ ਨਾ, ਉਹ ਉਪਦੇਸ਼ ਦੁਆਰਾ ਇਸ ਬਾਹਰਲੇ ਆਕਾਰ ਤੋਂ ਵੀ ਮੁਕਤ ਕਰਦਾ ਰਹਿੰਦਾ ਹੈ ਹੌਲੀ। ਤਦੇ ਕਿਹਾ ਹੈ ਨਾ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਉਪਦੇਸ਼ ਨੂੰ ਹਿਰਦੇ ਦੇ ਵਿੱਚ, ਮੰਤਰ ਨੂੰ, ਮੰਤਰ ਦਾ ਅਰਥ ਹੁੰਦਾ ਸਲਾਹ, ਜਿਵੇਂ ਰਾਜਿਆਂ ਦੇ ਮੰਤਰੀ, ਅੰਗਰੇਜ਼ੀ 'ਚ ਸ਼ਾਇਦ ਐਡਵਾਈਜ਼ ਕਹਿ ਦਿੰਦੇ ਹਨ। ਪਰ ਉਪਦੇਸ਼ ਸਾਰਿਆਂ ਨੂੰ ਪਿਆਰਾ ਸ਼ਬਦ ਹੈ। ਉਪਦੇਸ਼ ਨੂੰ ਹਿਰਦੇ 'ਚ ਵਸਾ ਕੇ ਰੱਖਣਾ, ਅਤੇ ਜਿਹੜਾ ਹਰ ਵਕਤ ਵਸਾ ਕੇ ਰੱਖੇਗਾ ਉਹਦਾ ਸੰਸਾਰ ਵੱਲੋਂ ਵੀ ਛੁਟਕਾਰਾ ਹੁੰਦਾ ਰਹੇਗਾ। ਗੁਰੂ ਦੀ ਮੂਰਤ ਦਾ ਮਨ ਵਿੱਚ ਧਿਆਨ ਹੁੰਦਾ ਰਹੇਗਾ। ਉਪਦੇਸ਼ ਦੁਆਰਾ ਧਿਆਨ ਹੋਵੇਗਾ ਗੁਰੂ ਦੀ ਮੂਰਤ ਦਾ। ਜਿਹਦੀ ਕੋਈ ਮੂਰਤ ਹੀ ਨਹੀਂ ਹੈ, ਉਸ ਅਮੂਰਤ ਦਾ ਧਿਆਨ ਹੋਵੇਗਾ। ਗੁਰੂ ਦੀ ਕੋਈ ਮੂਰਤ ਥੋੜ੍ਹੀ ਹੈ, ਦਿਖਦਾ ਜ਼ਰੂਰ ਹੈ ਬਾਹਰ। ਹੁਣ ਬਾਬਾ ਨਾਨਕ ਜੀ ਬਾਹਰ ਦਿਖਦੇ ਸਨ, ਕਬੀਰ ਜੀ ਬਾਹਰ ਦਿਖਦੇ ਸਨ, ਉਹ ਦਿਖਦੇ ਹੀ ਬਾਹਰ ਸਨ, ਉਹ ਬਾਹਰ ਥੋੜ੍ਹੀ ਸਨ, ਉਹ ਤਾਂ ਆਪਣੇ ਅੰਦਰ ਸਨ। ਮੂਰਤ ਤੇ ਬਾਹਰਲੇ ਉਹਨਾਂ ਨੂੰ ਸੰਸਾਰ ਵਿੱਚ ਉਪਦੇਸ਼ ਕਰਨ ਵਾਸਤੇ ਮਿਲੀ ਸਮਝੋ। ਜਿਵੇਂ ਕੋਈ ਕਾਰ ਮੋਟਰ ਗੱਡੀ 'ਤੇ ਭਰਮਣ ਕਰਕੇ ਉਪਦੇਸ਼ ਕਰਦਾ ਹੈ, ਤਾਂ ਮੋਟਰ ਗੱਡੀ ਲੈ ਲੈਂਦਾ ਹੈ ਅਜੋਕੇ ਸਮੇਂ 'ਚ। ਅਜੋਕੇ ਸਮੇਂ 'ਚ ਸੁਭਾਵਿਕ ਹੈ, ਪਰ ਮੋਟਰ ਗੱਡੀ ਥੋੜ੍ਹੀ ਹੈ। ਜਿਵੇਂ ਬਾਬੇ ਨਾਨਕ ਨੇ ਸਰੀਰ ਦੁਆਰਾ ਬਹੁਤ ਭਰਮਣ ਕੀਤਾ, ਉਪਦੇਸ਼ ਦਿੱਤਾ ਤੇ ਸਰੀਰ ਦੁਆਰਾ, ਪਰ ਸਰੀਰ ਹੀ ਉਹ ਥੋੜ੍ਹੀ ਸਨ, ਆਕਾਰ ਥੋੜ੍ਹੀ ਸਨ। ਜੇ ਆਕਾਰ ਉਹਨਾਂ ਦਾ ਵਾਸਤਵਿਕ ਹੁੰਦਾ ਤਾਂ ਮਿਟਦਾ ਹੀ।
ਬੱਚੇ ਸਨ, ਫਿਰ ਜਵਾਨ ਹੋਏ, ਫਿਰ ਬੁਢੇਪੇ ਦੀਆਂ ਤਸਵੀਰਾਂ ਵੀ ਤੁਸੀਂ ਦੇਖਦੇ ਹੋ। ਫਿਰ ਉਹ ਵੀ ਆਕਾਰ ਖੋ ਗਿਆ। ਜਿਵੇਂ ਕੋਈ ਗਹਿਰਾ ਅੰਦਰੋਂ ਗੁਰੂ ਦੇ ਨਾਲ ਜੁੜਦਾ ਜਾਵੇਗਾ ਨਾ, ਉਹ ਗੁਰੂ ਦੇ ਆਕਾਰ ਤੋਂ ਵੀ ਮੁਕਤ ਹੁੰਦਾ ਜਾਂਦਾ ਹੈ, ਗਹਿਰਾਈ 'ਚ ਜਿੰਨਾ ਜਾਂਦਾ ਹੈ। ਬਾਹਰ ਉਥਲੇ 'ਚ ਆਕਾਰ ਦਿਖਦਾ ਹੈ, ਪਰ ਆਕਾਰ ਤੋਂ ਯਾਤਰਾ ਸ਼ੁਰੂ ਕਰਨੀ ਹੈ, ਨਿਰਾਕਾਰ ਵੱਲ ਨੂੰ ਗਹਿਰਾਈ 'ਚ ਜਾਣਾ ਹੈ। ਅਤੇ ਉਪਦੇਸ਼ ਦੇ ਸਹਾਰੇ ਹੀ ਕੋਈ ਗਹਿਰਾਈ 'ਚ ਜਾਂਦਾ ਹੈ, ਆਕਾਰ ਦੇ ਸਹਾਰੇ ਨਹੀਂ ਜਾਵੇਗਾ, ਬਾਹਰੋਂ ਧਿਆਨ ਕਰਕੇ ਨਹੀਂ ਜਾਵੇਗਾ। ਜਿਵੇਂ ਬਾਹਰੋਂ ਲੋਕ ਧਿਆਨ ਕਰ ਰਹੇ ਹਨ ਮੂਰਤੀਆਂ ਦੇ, ਚਿੱਤਰਾਂ ਦੇ, ਕੋਈ ਜੋਤੀ ਦਾ, ਕੋਈ ਸ਼ਬਦ ਦਾ ਵੀ ਬਾਹਰੋਂ ਧਿਆਨ ਕਰ ਰਿਹਾ ਹੈ, ਤਾਂ ਉਹਦੇ ਸਹਾਰੇ ਅੰਦਰ ਨਹੀਂ ਜਾਵੇਗਾ। ਉਪਦੇਸ਼ ਦੇ ਸਹਾਰੇ ਸ਼ਬਦ ਨੂੰ ਛੱਡਣਾ ਹੈ, ਨਿਸ਼ਬਦ ਵੱਲ ਨੂੰ ਯਾਤਰਾ ਕਰਨੀ ਹੈ। ਅਤੇ ਧਿਆਨ ਨਹੀਂ ਸ਼ਬਦ ਦੇ ਸਹਾਰੇ ਨਿਸ਼ਬਦ ਵੱਲ ਨੂੰ ਜਾਂਦਾ ਹੈ। ਭਗਤ ਗੁਰੂ ਦੀ ਮੂਰਤੀ ਦੇ ਸਹਾਰੇ ਅਮੂਰਤੀ ਵੱਲ ਨੂੰ ਜਾਂਦਾ ਹੈ, ਜਿਹਦੀ ਕੋਈ ਵੀ ਮੂਰਤੀ ਨਹੀਂ ਹੈ। ਅਤੇ ਜਿਨ੍ਹਾਂ ਅੰਦਰ ਕੋਈ ਮੂਰਤੀਆਂ ਵਸੀਆਂ ਹੋਈਆਂ ਹਨ, ਪਹਿਲਾਂ ਤਾਂ ਸੰਸਾਰਿਕ ਮੂਰਤੀਆਂ ਵਸੀਆਂ ਹੋਈਆਂ ਹਨ, ਉਹਨਾਂ ਨੂੰ ਕੱਢਣਾ ਹੈ। ਉਹ ਨਹੀਂ ਨਿਕਲਦੀਆਂ ਹਨ, ਵਾਰ-ਵਾਰ ਸਾਹਮਣੇ ਆ ਜਾਂਦੀਆਂ ਹਨ, ਜਿਨ੍ਹਾਂ ਨਾਲ ਮੋਹ ਪਾਇਆ ਹੈ, ਪਿਆਰ ਪਾਇਆ। ਫਿਰ ਧਾਰਮਿਕ ਗੁਰੂਆਂ ਦੀਆਂ ਮੂਰਤੀਆਂ ਜਿਹੜੀਆਂ ਹਨ, ਉਹ ਕਈਆਂ ਦੇ ਅੰਦਰ ਵਸੀਆਂ ਹੋਈਆਂ ਹਨ। ਪਿਛਲੇ ਸਾਧੂ ਮਹਾਤਮਾ ਜਿਨ੍ਹਾਂ ਦੇ ਨਾਲ ਰਹੇ, ਜਿਨ੍ਹਾਂ ਦੇ ਕੋਲ ਰਹੇ, ਉਹਨਾਂ ਨਾਲ ਵੀ ਬਹੁਤ ਲਗਾਵ ਹੋ ਜਾਂਦਾ ਹੈ। ਆਦਮੀ ਉੱਦਾਂ ਹੀ ਮੋਹ ਪਾ ਲੈਂਦਾ, ਤਾਂ ਉਹਨਾਂ ਦੀ ਤਸਵੀਰ ਮੂਰਤੀ ਨੂੰ ਵੀ ਹਿਰਦੇ 'ਚ ਵਸਾ ਲੈਂਦਾ। ਅਤੇ ਸਾਰੀਆਂ ਹੀ ਮੂਰਤੀਆਂ ਛੁੱਟਣਗੀਆਂ ਉਪਦੇਸ਼ ਦੇ ਸਹਾਰੇ। ਜਿਨ੍ਹਾਂ ਜਿਨ੍ਹਾਂ ਤੁਸੀਂ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਗਹਿਰੇ ਵਸਾਵੋਗੇ, ਉੱਤੇ ਅਮਲ ਕਰੋਗੇ। ਕਿਨਾਰੇ ਬੈਠ ਕੇ ਸੁਣ ਕੇ ਹੀ ਰਸ ਨਹੀਂ ਲਓਗੇ, ਬਲਕਿ ਉਸ ਰਸ ਧਾਰ ਦੇ ਵਿੱਚ ਉਤਰੋਗੇ ਜਿੱਥੋਂ ਧਾਰ ਆ ਰਹੀ ਹੈ। ਉਹ ਸਰੋਵਰ ਵੱਲ ਤਾਂ ਹੀ ਯਾਤਰਾ ਹੋਵੇਗੀ ਨਾ, ਅੰਮ੍ਰਿਤ ਦੇ ਸਰੋਵਰ ਵੱਲ। ਦੇਖੋ, ਆਦਮੀ ਅੰਮ੍ਰਿਤ ਪੀਣਾ ਚਾਹੁੰਦਾ ਹੈ, ਅਮਰ ਹੋਣਾ ਚਾਹੁੰਦਾ ਹੈ, ਪਰ ਅੰਮ੍ਰਿਤ ਦੇ ਸਰੋਵਰ ਵਿੱਚ ਛਾਲ ਮਾਰਨ ਨੂੰ ਤਿਆਰ ਨਹੀਂ। ਡਰਦਾ ਹੈ ਨਾ ਵੀ ਮਿਟ ਜਾਊਂਗਾ, ਅਤੇ ਬਾਹਰੋਂ ਮਿਟੇਗਾ ਸੰਸਾਰ ਵੱਲੋਂ ਤਾਂ ਹੀ ਅਮਰ ਹੋਵੇਗਾ ਨਾ। ਦੇਖੋ ਆਦਮੀ ਕੈਸਾ ਹੈ, ਝੂਠ ਵੱਲੋਂ ਮਿਟਣਾ ਨਹੀਂ ਚਾਹੁੰਦਾ ਹੈ, ਸੱਚ ਪਾਉਣਾ ਚਾਹੁੰਦਾ ਹੈ। ਅੰਮ੍ਰਿਤ ਨੂੰ ਉਪਲਬਧ ਹੋਣਾ ਚਾਹੁੰਦਾ ਹੈ, ਮਿਰਤ ਨੂੰ ਛੱਡਦਾ ਨਹੀਂ ਹੈ, ਮਿਰਤ ਮੰਡਲ ਨੂੰ। ਹੁਣ ਮਿਰਤ ਮੰਡਲ ਨੂੰ ਛੱਡੇਗਾ ਕੋਈ, ਝੂਠੇ ਸੰਸਾਰ ਵੱਲੋਂ ਮਰੇਗਾ ਕੋਈ, ਤਾਂ ਹੀ ਸੱਚ ਵੱਲ ਜਾਵੇਗਾ ਨਾ, ਅੰਮ੍ਰਿਤ ਵੱਲ ਉਹ ਹੀ ਜਾਵੇਗਾ ਨਾ। ਅਤੇ ਜਿਹੜਾ ਜਾਣ ਲਵੇਗਾ ਬਿਲਕੁਲ ਝੂਠ ਹੈ, ਮਿਰਤ ਮੰਡਲ ਦੇਖ ਰਿਹਾ ਹੈ, ਪਰ ਸਭ ਮਰ ਰਿਹਾ ਹੈ। ਮੇਰਾ ਸਰੀਰ ਵੀ ਮਰ ਰਿਹਾ ਹੈ, ਵੀ ਝੂਠ ਹੀ ਹੈ। ਜੋ ਦਿਖ ਰਿਹਾ ਸਭ ਮਰ ਰਿਹਾ, ਦ੍ਰਿਸ਼ਟਮਾਨ ਹੈ ਸਗਲ ਮਿਥਿਆ, ਮਿਥਿਆ ਹੀ ਹੈ, ਮਾਰ ਹੀ ਰਿਹਾ। ਅਤੇ ਮਰਦੇ ਹੋਏ ਨੂੰ ਜਿਹੜਾ ਛੱਡ ਦੇਵੇਗਾ, ਜਿਹੜਾ ਮਾਰ ਹੀ ਰਿਹਾ ਹੈ, ਤਾਂ ਉਹਨੂੰ ਪਕੜਿਆ ਵੀ ਨਹੀਂ ਜਾ ਸਕਦਾ। ਅਤੇ ਸੰਸਾਰ 'ਚ ਤਾਂ ਕੋਈ ਅਮਰ ਨਹੀਂ ਹੋ ਸਕਿਆ। ਬਹੁਤ ਕੋਸ਼ਿਸ਼ ਕਰਦੇ ਹਨ ਲੋਕ ਅਮਰ ਹੋਣ ਦੀ ਸੰਸਾਰ 'ਚ, ਪੱਥਰਾਂ ਦੇ ਉੱਤੇ ਨਾਂ ਲਿਖਾਉਂਦੇ, ਬਿਲਡਿੰਗਾਂ 'ਤੇ ਨਾਂ ਲਿਖਾਉਂਦੇ, ਉਹ ਅਮਰ ਹੋਣ ਦੀ ਕੋਸ਼ਿਸ਼ ਬਹੁਤ ਲੋਕ ਕਰਦੇ ਰਹੇ ਹਨ। ਰਾਜੇ, ਮਹਾਰਾਜੇ, ਚੱਕਰਵਰਤੀ, ਬੜੇ ਬੜੇ ਕਿਲ੍ਹੇ ਬਣਾਏ, ਬੜੀ ਕੋਸ਼ਿਸ਼ ਕੀਤੀ ਅਮਰ ਹੋ। ਅਸੀਂ ਨਹੀਂ ਰਹਿਣਾ, ਚਲੋ ਸਾਡਾ ਨਾਂ ਹੀ ਰਹੇ, ਕਈ ਕਹਿ ਦਿੰਦੇ, ਪੱਥਰਾਂ 'ਤੇ ਲਿਖਿਆ ਹੋਇਆ। ਪਰ ਲੇਖਾ ਜੋਖਾ ਤੁਹਾਡੇ ਨਾਲ ਹੋਵੇਗਾ ਨਾ, ਧੱਕੇ ਖਾਓਗੇ ਫਿਰ ਇੱਥੇ ਹੀ। ਉਹੋ ਹੀ ਨਾਂ ਫਿਰ ਪੜ੍ਹਦੇ ਫਿਰੋਗੇ ਜਿਹੜੇ ਲਿਖ ਕੇ ਗਏ ਸੀ। ਅਤੇ ਸੰਸਾਰ 'ਚ ਕੋਈ ਅਮਰ ਨਹੀਂ ਹੋ ਸਕਿਆ ਹੈ। ਸੰਸਾਰ ਝੂਠ ਹੈ, ਮਿਰਤ ਮੰਡਲ ਹੈ। ਮਿਰਤ ਮੰਡਲ ਜਗ ਸਾਜਿਆ, ਜਿਉਂ ਬਾਲੂ ਕਰ ਬਾਰ, ਬਿਨਸਤ ਬਾਰ ਨਾ ਲੱਗਈ, ਜਿਉਂ ਕਾਗਜ਼ ਬੂੰਦਾਰ। ਕਹਿੰਦੇ ਜਿਵੇਂ ਕਾਗਜ਼ ਉੱਤੇ ਬੂੰਦਾਂ ਪੈ ਜਾਣ ਪਾਣੀ ਦੀ, ਗਲ ਜਾਂਦਾ, ਇੱਦਾਂ ਇਹਦਾ ਹਾਲ। ਦੇਖੋ ਸਾਫ 'ਤੇ ਲਿਖਿਆ, ਫਿਰ ਵੀ ਸਮਝ ਕਿੱਥੇ ਆ ਰਹੀ ਹੈ। ਉਹਨੂੰ ਹੀ ਪਕੜ ਰਹੇ ਆ ਜਿਹੜਾ ਗਲ ਰਿਹਾ ਹੈ। ਗਲੀਆਂ ਸੜੀਆਂ ਚੀਜ਼ਾਂ ਨੂੰ ਫੜੀ ਜਾਂਦੇ, ਅਤੇ ਆਪ ਵੀ ਨਾਲ ਗਲ ਸੜ ਰਹੇ ਹੋ।
ਨਹੀਂ, ਇਹਨੂੰ ਛੱਡੋ। ਤੇ ਜਿੰਨਾ ਜਿੰਨਾ ਕੋਈ ਜਾਣਦਾ ਜਾਵੇਗਾ ਇਹਦੀ ਵਾਸਤਵਿਕਤਾ ਸੰਸਾਰ ਦੀ। ਦੇਖੋ, ਪੁਰਾਣੇ ਸਮੇਂ 'ਚ ਪਰਮਾਤਮਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਸੀ। ਅਜੋਕੇ ਸਮੇਂ 'ਚ ਵੀ ਬਹੁਤ ਪ੍ਰਚਾਰਕ ਦੇ ਰਹੇ ਪਰਮਾਤਮਾ ਕੈਸਾ ਹੈ, ਮਹਾਨ ਹੈ, ਉੱਥੇ ਆਨੰਦ ਹੀ ਆਨੰਦ ਹੈ। ਪਰ ਇਹਨਾਂ ਨੂੰ ਸੁਣ ਕੇ ਵੀ ਜਿਹੜੇ ਚੱਲ ਰਹੇ ਹਨ ਉਹਨਾਂ ਦਾ ਸੰਸਾਰ ਨਹੀਂ ਛੁੱਟ ਰਿਹਾ ਹੈ, ਝੂਠ ਨਹੀਂ ਛੁੱਟ ਰਿਹਾ ਹੈ। ਅਤੇ ਆਨੰਦ ਵੱਲ ਨੂੰ ਕਿਵੇਂ ਜਾਣਗੇ? ਅੰਮ੍ਰਿਤ ਵੱਲ। ਮਿਰਤ ਨਹੀਂ ਛੁੱਟ ਰਿਹਾ ਹੈ। ਅਤੇ ਮੈਂ ਕਹਿੰਦਾ ਹਾਂ ਮਿਰਤ ਨੂੰ ਛੱਡੋ, ਮਿਰਤ ਨੂੰ ਪਹਿਲਾਂ ਜਾਣ ਲਓ, ਚੰਗੀ ਤਰ੍ਹਾਂ ਪਹਿਚਾਣ ਲਓ। ਅਗਰ ਤੁਸੀਂ ਗੌਰ ਨਾਲ ਦੇਖੋਗੇ ਨਾ ਸੰਸਾਰ ਨੂੰ, ਤੁਹਾਨੂੰ ਆਪੇ ਪਤਾ ਲੱਗ ਜਾਊਗਾ ਬਿਲਕੁਲ ਹੀ ਝੂਠਾ ਹੈ, ਕੁਛ ਵੀ ਨਹੀਂ ਹੈ ਇਹਦੇ 'ਚ। ਸਭ ਉੱਪਰੋਂ ਚਿਹਰੇ ਬਣਾਏ ਹਨ, ਬਨਾਵਟੀ ਦਿਖਾ ਰਹੇ ਹਨ। ਨਾਲੇ ਆਪ ਮੋਹ ਮਾਇਆ 'ਚ ਫਸ ਰਹੇ ਹਨ, ਨਾਲੇ ਦੂਸਰਿਆਂ ਨੂੰ ਫਸਾ ਰਹੇ ਹਨ। ਸਭ ਆਪਣੇ ਆਪਣੇ ਸਵਾਰਥ ਵਾਸਤੇ ਪਏ ਹਨ। ਕੋ ਕਾਹੂ ਕੀ ਨਾ ਹੀ, ਕਬੀਰ ਜੀ ਕਹਿੰਦੇ ਹਨ। ਬਿਲਕੁਲ ਝੂਠ ਡਰਾਮਾ ਹੈ। ਅਤੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਵਾਸਤਵਿਕ ਦੇ ਵਿੱਚ ਝੂਠ ਹੈ, ਫਿਰ ਤੁਸੀਂ ਆਓਗੇ, ਕਹੋਗੇ ਗੁਰਸਾਗਰ ਰਤਨੀ ਭਰਪੂਰੇ। ਇਹਨਾਂ ਰਤਨਾਂ ਨੂੰ ਲੱਭਦੇ ਲੱਭਦੇ ਤੁਸੀਂ ਸਾਗਰ 'ਚ ਡੁੱਬਦੇ ਜਾਓਗੇ, ਅੰਮ੍ਰਿਤ ਸਰੋਵਰ 'ਚ ਡੁੱਬਦੇ ਜਾਓਗੇ। ਅਤੇ ਇਹ ਉਪਦੇਸ਼ ਰਤਨ ਹਨ। ਇਹ ਉਪਦੇਸ਼ ਰੂਪੀ ਰਤਨਾਂ ਨੂੰ ਗਲ ਦੇ ਵਿੱਚ ਪਾਓ। ਇਹੋ ਹੀ ਰਾਮ ਨਾਮ ਹੈ। ਸਾਵਣ ਤਿੰਨਾ ਸੁਹਾਗਣੀ, ਜਿਨੇ ਰਾਮ ਨਾਮ ਉਰਹਾਰ। ਉਹ ਸੁਹਾਗਣਾ ਹਨ। ਉਹ ਜੀਵ ਰੂਪ ਇਸਤਰੀਆਂ ਸੁਹਾਗਣ ਹਨ, ਜਿਨ੍ਹਾਂ ਦੇ ਚਿੱਤ ਵਿੱਚ ਪ੍ਰਭੂ ਪਿਆਰਾ ਵਸਿਆ ਹੋਇਆ ਹੈ। ਅਤੇ ਜਿਨ੍ਹਾਂ ਦੇ ਚਿੱਤ ਵਿੱਚ ਸੰਸਾਰ ਵਸਿਆ ਹੋਇਆ ਹੈ ਉਹ ਦੁਹਾਗਣਾ ਹਨ। ਉਹ ਕੁਚੱਜੀਆਂ ਹਨ, ਉਹ ਹੀ ਭਟਕਣਗੀਆਂ ਸੰਸਾਰ ਦੇ ਵਿੱਚ, ਕਿਉਂਕਿ ਸੰਸਾਰ 'ਚ ਵਾਰ-ਵਾਰ ਪਤੀ ਟੁੱਲਣਾ ਪੈਂਦਾ ਹੈ ਨਾ। ਅਤੇ ਇਸ ਕਰਕੇ ਹਰ ਜਨਮ ਹੀ ਭਟਕਣਾ ਹੈ, ਦੁੱਖ ਹੀ ਦੁੱਖ, ਆਵਾਗਮਨ ਹੈ।